ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਔਰਾ ਆਫ ਟਾਈਟਨਸ ਦੀ ਬਹੁਤ ਹੀ ਐਕਸ਼ਨ ਨਾਲ ਭਰੀ ਦੁਨੀਆ ਦੇ ਅੰਦਰ ਝਾਤ ਮਾਰਨ ਵਾਲੇ ਹਾਂ। ਬਾਹਰੋਂ ਦੇਖਣ ਨੂੰ ਨਾ ਇਹ ਕਹਾਣੀ ਬਸ ਇੱਕ ਤੇਜ਼ ਰਫ਼ਤਾਰ ਐਕਸ਼ਨ ਅਤੇ ਹਫੜਾ-ਦਫੜੀ ਵਾਲੀ ਲੱਗਦੀ ਹੈ, ਪਰ ਯਕੀਨ ਮੰਨੋ ਜਦੋਂ ਆਪਾਂ ਇਸ ਦੇ ਅਸਲ ਸਰੋਤ ਦੀ ਗਹਿਰਾਈ ਵਿੱਚ ਜਾਂਦੇ ਹਾਂ ਤਾਂ ਜੀਵਨ ਅਤੇ ਮਨੁੱਖੀ ਸੁਭਾਅ ਬਾਰੇ ਇੰਨੇ ਡੂੰਘੇ ਸਬਕ ਮਿਲਦੇ ਹਨ ਕਿ ਬੰਦਾ ਹੈਰਾਨ ਰਹਿ ਜਾਂਦਾ ਹੈ। ਤਾਂ ਆਓ ਇਹਨਾਂ ਛੁਪੇ ਹੋਏ ਫਲਸਫਿਆਂ ਨੂੰ ਡੀਕੋਡ ਕਰੀਏ। ਸਭ ਤੋਂ ਪਹਿਲਾਂ ਇੱਕ ਬਹੁਤ ਹੀ ਕਮਾਲ ਦਾ ਸਵਾਲ ਉੱਠਦਾ ਹੈ, ਇੱਕ ਚਿੰਤਾ-ਮੁਕਤ ਜਗ੍ਹਾ ਕੀ ਹੈ ਅਤੇ ਕੀ ਇਸ ਦੁਨੀਆ ਵਿੱਚ ਵਾਕਈ ਅਜਿਹੀ ਕੋਈ ਜਗ੍ਹਾ ਮੌਜੂਦ ਹੈ ਵੀ ਜਾਂ ਨਹੀਂ? ਇਹ ਸਵਾਲ ਨਾ ਪੂਰੇ ਬਿਰਤਾਂਤ ਦੀ ਨੀਂਹ ਰੱਖਦਾ ਹੈ। ਗੱਲ ਸਿਰਫ ਭਿਆਨਕ ਰਾਖਸ਼ਾਂ ਨੂੰ ਮਾਰਨ ਜਾਂ ਕੋਈ ਜਾਦੂਈ ਤਾਕਤਾਂ ਹਾਸਲ ਕਰਨ ਦੀ ਨਹੀਂ ਹੋ ਰਹੀ ਇੱਥੇ। ਇਹ ਤਾਂ ਅਸਲ ਵਿੱਚ ਮਨ ਦੀ ਸ਼ਾਂਤੀ ਲੱਭਣ ਦੀ ਗੱਲ ਹੈ। ਕੀ ਆਪਾਂ ਕਦੇ ਸੱਚਮੁੱਚ ਆਪਣੀਆਂ ਸਾਰੀਆਂ ਚਿੰਤਾਵਾਂ ਤੋਂ ਆਜ਼ਾਦ ਹੋ ਸਕਦੇ ਹਾਂ? ਬਸ ਇਹੀ ਸੋਚ ਪੂਰੀ ਕਹਾਣੀ ਵਿੱਚ ਸਾਡੇ ਨਾਲ-ਨਾਲ ਚੱਲਦੀ ਹੈ। ਭਾਗ ਪਹਿਲਾ, ਵਿਚਾਰਧਾਰਾਵਾਂ ਦਾ ਟਕਰਾਓ, ਇੱਕ ਵਿਚਾਰਧਾਰਕ ਜੰਗ। ਠੀਕ ਹੈ, ਤਾਂ ਆਓ ਹੁਣ ਇਸ ਨੂੰ ਥੋੜਾ ਖੋਲ ਕੇ ਸਮਝਦੇ ਹਾਂ। ਸਾਡੇ ਸਾਹਮਣੇ ਦੋ ਬਿਲਕੁਲ ਵੱਖਰੇ ਤੇ ਸੱਚ ਪੁੱਛੋ ਤਾਂ ਆਪਸ ਵਿੱਚ ਬੁਰੀ ਤਰ੍ਹਾਂ ਟਕਰਾਉਂਦੇ ਨਜ਼ਰੀਏ ਹਨ। ਇੱਕ ਪਾਸੇ ਹੈ ਆਪਣਾ ਟੈਂਗ ਮੰਕ, ਜਿਸ ਦਾ ਪੂਰਾ ਵਿਸ਼ਵਾਸ ਹੈ ਕਿ ਪਿਆਰ, ਸ਼ਾਂਤੀ ਅਤੇ ਅਹਿੰਸਾ ਨਾਲ ਦੁਨੀਆ ਦੀ ਹਰ ਮੁਸੀਬਤ ਟਾਲੀ ਜਾ ਸਕਦੀ ਹੈ, ਮਤਲਬ ਬਹੁਤ ਹੀ ਆਦਰਸ਼ਵਾਦੀ ਸੋਚ। ਪਰ ਦੂਜੇ ਪਾਸੇ ਸਨ ਵੁਕੋਂਗ ਦੀ ਜ਼ਮੀਨੀ ਹਕੀਕਤ ਹੈ। ਵੁਕੋਂਗ ਮੰਨਦਾ ਹੈ ਕਿ ਭਾਈ ਇਸ ਜ਼ਾਲਿਮ ਦੁਨੀਆ ਵਿੱਚ ਬੇਕਸੂਰਾਂ ਨੂੰ ਬਚਾਉਣ ਲਈ ਤਾਕਤ ਅਤੇ ਥੋੜੀ ਬਹੁਤ ਹਿੰਸਾ ਤਾਂ ਵਰਤਣੀ ਹੀ ਪਵੇਗੀ। ਹੁਣ ਜ਼ਾਹਿਰ ਹੈ ਇਹ ਦੋਵੇਂ ਸੋਚਾਂ ਹਰ ਮੋੜ ਤੇ ਆਪਸ ਵਿੱਚ ਭਿੜਦੀਆਂ ਨਜ਼ਰ ਆਉਂਦੀਆਂ ਹਨ। ਤੇ ਇਹ ਜੋ ਆਪਸੀ ਮਤਭੇਦ ਹੈ ਨਾ, ਇਹ ਇਹਨਾਂ ਨੂੰ ਬਾਹਰੀ ਖਤਰਿਆਂ ਦੇ ਸਾਹਮਣੇ ਕਿੰਨਾ ਕਮਜ਼ੋਰ ਕਰ ਦਿੰਦਾ ਹੈ, ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਸੰਕਰਮਿਤ ਪਿੰਡ ਵਾਲਿਆਂ ਦਾ ਸੰਕਟ। ਜ਼ਰਾ ਕਲਪਨਾ ਕਰੋ, ਪਿੰਡ ਦੇ ਆਮ ਲੋਕ ਅਚਾਨਕ ਬਿਨਾਂ ਆਤਮਾ ਵਾਲੇ ਖੂੰਖਾਰ ਜ਼ੋਂਬੀ ਬਣ ਜਾਂਦੇ ਹਨ। ਚਾਰੇ ਪਾਸੇ ਪੂਰੀ ਦਹਿਸ਼ਤ ਹੈ, ਪਰ ਇੰਨੇ ਗੰਭੀਰ ਮਾਹੌਲ ਵਿੱਚ ਵੀ ਟੈਂਗ ਮੰਕ ਆਪਣੇ ਜ਼ਿੱਦ ਤੇ ਅੜਿਆ ਹੈ ਕਿ ਨਹੀਂ, ਇਲਾਜ ਅਹਿੰਸਕ ਹੀ ਹੋਏਗਾ, ਦਵਾਈ ਵਾਲੇ ਭੋਜਨ ਨਾਲ। ਦੂਜੇ ਪਾਸੇ ਵੁਕੋਂਗ ਨੂੰ ਪਤਾ ਹੈ ਕਿ ਇਹ ਹੁਣ ਇਨਸਾਨ ਨਹੀਂ, ਰਾਖਸ਼ਸ ਬਣ ਚੁੱਕੇ ਹਨ ਤੇ ਬਾਕੀ ਬਚੇ ਮਾਸੂਮਾਂ ਨੂੰ ਬਚਾਉਣ ਦਾ ਇੱਕੋ ਇੱਕ ਰਸਤਾ ਇਹਨਾਂ ਨੂੰ ਨਸ਼ਟ ਕਰਨਾ ਹੈ। ਇਹ ਅੰਦਰੂਨੀ ਕਲੇਸ਼ ਹੀ ਉਹਨਾਂ ਦੇ ਸਫ਼ਰ ਨੂੰ ਸਭ ਤੋਂ ਵੱਧ ਖਤਰਨਾਕ ਬਣਾਉਂਦਾ ਹੈ। ਅੱਗੇ ਵਧਦਿਆਂ ਭਾਗ ਦੂਜਾ, ਚੋਰੀ ਹੋਇਆ ਹੀਰੇ ਦਾ ਫਾਹਾ, ਜਾਦੂ ਅਤੇ ਉਸ ਦਾ ਤੰਤਰ। ਹੁਣ ਇੱਥੇ ਐਂਟਰੀ ਹੁੰਦੀ ਹੈ ਜ਼ਿਆਓ ਚੀ ਦੀ, ਜੋ ਕਿ ਇੱਕ ਲੁੰਮੜੀ ਰਾਖਸ਼ਸ ਹੈ। ਇੱਥੇ ਇੱਕ ਭੈਣ ਦੀ ਆਪਣੇ ਕੈਦੀ ਭਰਾ ਸ਼ੇਨ ਜਿਆਨ ਨੂੰ ਬਚਾਉਣ ਦੀ ਬੇਤਾਬੀ ਬਿਲਕੁਲ ਸਾਫ਼ ਝਲਕਦੀ ਹੈ। ਆਪਣੇ ਭਰਾ ਦੀ ਜਾਨ ਬਚਾਉਣ ਲਈ ਉਹ ਇੱਕ ਜਾਦੂਈ ਡਾਇਮੰਡ ਸਨੇਅਰ ਯਾਨੀ ਕਿ ਹੀਰੇ ਦਾ ਫਾਹਾ ਹੀ ਚੋਰੀ ਕਰ ਲੈਂਦੀ ਹੈ। ਪਰ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਉਸ ਦਾ ਇਹ ਕਦਮ ਵੁਕੋਂਗ ਅਤੇ ਮੰਕ ਵਿਚਕਾਰ ਪਹਿਲਾਂ ਤੋਂ ਹੀ ਚੱਲ ਰਹੀ ਖਿੱਚੋਤਾਣ ਦਾ ਪੂਰਾ ਫਾਇਦਾ ਉਠਾਉਂਦਾ ਹੈ। ਕਹਿਣ ਦਾ ਮਤਲਬ ਹੈ ਕਿ ਦੇਖੋ ਕਿਵੇਂ ਕਿਸੇ ਦੀਆਂ ਨਿੱਜੀ ਮਜਬੂਰੀਆਂ ਪੂਰੀ ਕਹਾਣੀ ਵਿੱਚ ਕਿੰਨਾ ਵੱਡਾ ਮੋੜ ਲਿਆਉਂਦੀਆਂ ਹਨ। ਪਰ ਹੁਣ ਦੇਖੋ, ਸਭ ਤੋਂ ਦਿਲਚਸਪ ਗੱਲ ਕੀ ਹੈ ਇੱਥੇ? ਇਹ ਜੋ ਜਾਦੂਈ ਨਿਯਮ ਨੇ, ਇਹ ਅਸਲ ਵਿੱਚ ਆਪਣੇ ਗੁੱਸੇ ਨੂੰ ਕੰਟਰੋਲ ਕਰਨ ਦਾ ਇੱਕ ਬਹੁਤ ਹੀ ਕਮਾਲ ਦਾ ਰੂਪਕ ਨੇ। ਆਤਮਾ ਨੂੰ ਬੰਨਣ ਵਾਲੇ ਸਫਾਏ ਨੂੰ ਤੋੜਨ ਦੀ ਪ੍ਰਕਿਰਿਆ ਦੇਖੋ। ਇਸ ਵਿੱਚ 6 ਖਾਸ ਮੋਤੀ ਜੜੇ ਹੋਏ ਨੇ। ਜਿਹੜਾ ਵੀ ਇਸ ਨੂੰ ਪਹਿਨਦਾ ਹੈ, ਉਸ ਦਾ ਗੁੱਸਾ ਇੱਕ ਬਿਲਕੁਲ ਅੰਤਿਮ, ਅਤਿਅੰਤ ਪੱਧਰ ਤੱਕ ਪਹੁੰਚਣਾ ਲਾਜ਼ਮੀ ਹੈ। ਜਿਵੇਂ-ਜਿਵੇਂ ਬੰਦੇ ਦੇ ਅੰਦਰ ਗੁੱਸੇ ਦਾ ਉਬਾਲ ਵੱਧਦਾ ਹੈ, ਉਸ ਦੇ ਭਾਰੀ ਦਬਾਅ ਹੇਠ ਇਹ ਮੋਤੀ ਇੱਕ-ਇੱਕ ਕਰਕੇ ਟੁੱਟਦੇ ਜਾਂਦੇ ਹਨ ਤੇ ਫਿਰ ਅੰਤ ਵਿੱਚ ਫਾਹਾ ਚੱਕਣਾ ਚੂਰ ਹੋ ਜਾਂਦਾ ਹੈ ਅਤੇ ਪਹਿਨਣ ਵਾਲੇ ਦੀ ਅਸਲੀ ਬੇਕਾਬੂ ਤਾਕਤ ਬਾਹਰ ਆ ਜਾਂਦੀ ਹੈ। ਮਤਲਬ ਜਦੋਂ ਅੰਦਰ ਦੱਬੀਆਂ ਭਾਵਨਾਵਾਂ ਜਵਾਲਾਮੁਖੀ ਵਾਂਗਾ ਫਟਦੀਆਂ ਨੇ ਨਾ, ਇਹ ਬਿਲਕੁਲ ਉਹੋ ਜਿਹਾ ਨਜ਼ਾਰਾ ਹੈ। ਭਾਗ ਤੀਜਾ, ਵੁਕੋਂਗ ਦਾ ਪਤਨ, ਆਪਣੀ ਪਛਾਣ ਅਤੇ ਤਾਕਤ ਗੁਆਉਣਾ। ਵੁਕੋਂਗ ਦਾ ਇਹ ਪਤਨ ਸਮਝਣਾ ਸੱਚੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਪੂਰੀ ਕਹਾਣੀ ਦਾ ਸਭ ਤੋਂ ਭਾਵੁਕ ਮੋੜ ਹੈ। ਸੋਚ ਕੇ ਦੇਖੋ, ਇੱਕ ਸਮਾਂ ਸੀ ਜਦੋਂ ਉਹ ਅਜਿੱਤ ਸੀ, ਦੁਨੀਆ ਉਸ ਦੇ ਨਾਮ ਤੋਂ ਕਮ ਦੀ ਸੀ, ਮਹਾਨ ਮੰਕੀ ਕਿੰਗ, ਤੇ ਫਿਰ ਅਚਾਨਕ ਸਭ ਕੁਝ ਬਦਲ ਜਾਂਦਾ ਹੈ। ਉਸ ਦੀ ਯਾਦਦਾਸ਼ਤ ਖਤਮ, ਪਹਿਚਾਨ ਖਤਮ। ਇੱਕ ਇੰਨੇ ਮਹਾਨ ਯੋਧੇ ਨੂੰ ਸੜਕਾਂ ਤੇ ਟਾਇਲਟ ਸਾਫ਼ ਕਰਦੇ, ਆਮ ਲੋਕਾਂ ਨੂੰ ਉਬਲੇ ਅੰਡੇ ਵਰਤਾਉਂਦੇ, ਇੱਥੋਂ ਤੱਕ ਕਿ ਗੁਲਾਮੀ ਦਾ ਪ੍ਰਤੀਕ ਇੱਕ ਕੁੱਤੇ ਦਾ ਪਟਾ ਗਲੇ ਵਿੱਚ ਪਾਈ ਦੇਖਣਾ ਸੱਚਮੁੱਚ ਝੰਜੋੜ ਕੇ ਰੱਖ ਦਿੰਦਾ ਹੈ। ਪਰ ਅੰਤ ਵਿੱਚ ਉਹਨਾਂ ਜ਼ੰਜੀਰਾਂ ਨੂੰ ਤੋੜਨ ਲਈ ਉਹੀ ਪੁਰਾਣਾ ਬੇਹੱਦ ਹਿੰਸਕ ਗੁੱਸਾ ਇੱਕ ਵਾਰ ਫਿਰ ਜਾਗਦਾ ਹੈ। ਤੇ ਇੱਥੇ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਨੋਟ ਕਰਨ ਵਾਲੀ ਹੈ। ਇਸ ਸਾਰੇ ਭੈੜੇ ਦੌਰ ਵਿੱਚ ਵੁਕੋਂਗ ਦਾ ਅਸਲੀ ਦੁਸ਼ਮਣ ਕੋਈ ਬਾਹਰੀ ਰਾਖਸ਼ਸ ਨਹੀਂ ਸੀ। ਉਸ ਦਾ ਅਸਲੀ ਦੁਸ਼ਮਣ ਸੀ ਅਮਾਓ। ਅਮਾਓ ਹੋਰ ਕੋਈ ਨਹੀਂ ਬਲਕਿ ਖੁਦ ਵੁਕੋਂਗ ਦੀ ਆਪਣੀ ਦੱਬੀ ਹੋਈ ਹਿੰਸਕ ਊਰਜਾ ਦਾ ਹੀ ਇੱਕ ਭੌਤਿਕ ਰੂਪ ਹੈ। ਇਹ ਉਹੀ ਊਰਜਾ ਹੈ ਜੋ ਸਦੀਆਂ ਪਹਿਲਾਂ ਕੀਮੀਆ ਭੱਟੀ ਦੀ ਅੱਗ ਵਿੱਚ ਪੈਦਾ ਹੋਈ ਸੀ। ਖੈਰ, ਇੱਥੋਂ ਇਹ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਇਨਸਾਨ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਖਤਰਨਾਕ ਲੜਾਈ ਹਮੇਸ਼ਾ ਆਪਣੇ ਹੀ ਅੰਦਰਲੇ ਹਨੇਰੇ ਨਾਲ ਹੁੰਦੀ ਹੈ। ਭਾਗ ਚੌਥਾ, ਇੱਛਾਵਾਂ ਦੀ ਨਦੀ, ਜੋ ਕਿ ਇਸ ਕਹਾਣੀ ਦਾ ਅਧਿਆਤਮਿਕ ਸਿਖਰ ਹੈ। ਹੁਣ ਗੱਲ ਕਰਦੇ ਹਾਂ ਸੰਤੂ ਨਦੀ ਦੀ, ਜਿਸ ਨੂੰ ਦੇਹੂ ਵੀ ਕਹਿੰਦੇ ਨੇ। ਪਰ ਧਿਆਨ ਦਿਓ, ਇਹ ਕੋਈ ਆਮ ਪਾਣੀ ਵਾਲੀ ਨਦੀ ਨਹੀਂ ਹੈ। ਇਹ ਇੱਕ ਬਹੁਤ ਹੀ ਰਹੱਸਮਈ ਨਦੀ ਹੈ ਜੋ ਅਸਲ ਵਿੱਚ ਇਨਸਾਨ ਦੇ ਅੰਦਰਲੀਆਂ ਅਧੂਰੀਆਂ ਇੱਛਾਵਾਂ,
ਉਸ ਦੇ ਲਾਲਚ ਅਤੇ ਦੱਬੀਆਂ ਹੋਈਆਂ ਭਾਵਨਾਵਾਂ ਦਾ ਸ਼ੀਸ਼ਾ ਹੈ। ਮਤਲਬ ਜਿਸ ਬੰਦੇ ਦੇ ਅੰਦਰ ਜਿੰਨਾ ਜ਼ਿਆਦਾ ਲਾਲਚ ਹੋਵੇਗਾ, ਇਹ ਨਦੀ ਉਸ ਲਈ ਉਨੀ ਹੀ ਜਾਨਲੇਵਾ ਸਾਬਿਤ ਹੋਵੇਗੀ। ਇਹ ਨਦੀ ਸਾਨੂੰ ਬਾਹਰੀ ਦੁਨੀਆ ਨਹੀਂ, ਸਗੋਂ ਸਾਡੇ ਆਪਣੇ ਮਨ ਦੀਆਂ ਡੂੰਘਾਈਆਂ ਦਿਖਾਉਂਦੀ ਹੈ। ਤਾਂ ਫਿਰ ਇਸ ਖਤਰਨਾਕ ਨਦੀ ਨੂੰ ਪਾਰ ਕਿਵੇਂ ਕੀਤਾ ਜਾਵੇ? ਇਸ ਅਧਿਆਤਮਿਕ ਪ੍ਰੀਖਿਆ ਵਿੱਚੋਂ ਸੁਰੱਖਿਅਤ ਨਿਕਲਣ ਲਈ ਲੋਟਸ ਲੈਂਟਰਨ ਯਾਨੀ ਕਿ ਕਮਲ ਦੇ ਦੀਵੇ ਦਾ ਸਹਾਰਾ ਲੈਣਾ ਪੈਂਦਾ ਹੈ। ਪਰ ਸੱਚ ਦਸੀਏ ਤਾਂ ਇਹ ਦੀਵਾ ਕੋਈ ਜਾਦੂ ਦੀ ਛੜੀ ਨਹੀਂ ਹੈ। ਇਹ ਦਰਅਸਲ ਆਪਣੀ ਹਉਮਾ, ਆਪਣੇ ਹੰਕਾਰ ਨੂੰ ਤਿਆਗਣ ਦਾ ਪ੍ਰਤੀਕ ਹੈ। ਇਸ ਨਦੀ ਨੂੰ ਪਾਰ ਕਰਨ ਲਈ ਆਪਣੀਆਂ ਸਵਾਰਥੀ ਇੱਛਾਵਾਂ ਦੀ ਅੱਗ ਨੂੰ ਪੂਰੀ ਤਰ੍ਹਾਂ ਬੁਝਾਉਣਾ ਹੀ ਪੈਂਦਾ ਹੈ। ਮਸ਼ਹੂਰ ਹੋਣ ਦੀ ਭੁੱਖ, ਹਿੰਸਾ ਜਾਂ ਸਭ ਤੋਂ ਤਾਕਤਵਰ ਬਣਨ ਦਾ ਭਰਮ, ਇਹ ਸਭ ਛੱਡਣਾ ਪੈਂਦਾ ਹੈ। ਇਹ ਸਫ਼ਰ ਕੁਝ ਪਾਉਣ ਦਾ ਨਹੀਂ, ਬਲਕਿ ਸਭ ਕੁਝ ਛੱਡ ਦੇਣ ਦੀ ਪ੍ਰਕਿਰਿਆ ਹੈ। ਅਤੇ ਹੁਣ ਆਖਰੀ ਪੜਾਅ, ਭਾਗ 5ਵਾਂ, ਅਸਲ ਯਾਤਰਾ ਦਾ ਪ੍ਰਗਟਾਵਾ, ਗ੍ਰੰਥਾਂ ਤੋਂ ਵੀ ਕਿਤੇ ਪਰੇ। ਜਿਵੇਂ ਕਿ ਆਪਾਂ ਦੇਖ ਸਕਦੇ ਹਾਂ, ਸ਼ੁਰੂਆਤੀ ਗਲਤ ਧਾਰਨਾਵਾਂ ਅਤੇ ਅੰਤਿਮ ਸੱਚਾਈ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਪਹਿਲਾਂ ਇਹੀ ਲੱਗਦਾ ਸੀ ਨਾ ਕਿ ਇਹ ਸਾਰਾ ਸਫ਼ਰ ਬਸ ਬਾਹਰੀ ਰਾਖਸ਼ਾਂ ਨੂੰ ਮਾਰਨ ਬਾਰੇ ਹੈ, ਪਰ ਅਸਲੀਅਤ ਵਿੱਚ ਇਹ ਆਪਣੇ ਅੰਦਰਲੇ ਡਰ ਅਤੇ ਇੱਛਾਵਾਂ ਨੂੰ ਹਰਾਉਣ ਬਾਰੇ ਹੈ। ਮੰਨਿਆ ਜਾਂਦਾ ਸੀ ਕਿ ਮੰਜ਼ਿਲ ਇੱਕ ਚਿੰਤਾ-ਮੁਕਤ ਜਗ੍ਹਾ ਲੱਭਣਾ ਹੈ, ਜਿੱਥੇ ਕੋਈ ਦੁੱਖ ਨਾ ਹੋਵੇ। ਪਰ ਸੱਚ ਤਾਂ ਇਹ ਹੈ ਕਿ ਆਪਣੇ ਭਟਕਦੇ ਵਿਚਾਰਾਂ ਨੂੰ ਸ਼ਾਂਤ ਕਰਨ ਲਈ ਦੁੱਖਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਤੇ ਸਭ ਤੋਂ ਵੱਡਾ ਭਰਮ ਇਹ ਟੁੱਟਦਾ ਹੈ ਕਿ ਹਿੰਸਾ ਨਾਲ ਇੱਜ਼ਤ ਮਿਲਦੀ ਹੈ। ਬਿਲਕੁਲ ਨਹੀਂ। ਜਦੋਂ ਆਪਾਂ ਸੱਚੇ ਦਿਲੋਂ ਜੀਵਨ ਦਾ ਸਤਿਕਾਰ ਕਰਦੇ ਹਾਂ ਤਾਂ ਡਰ ਆਪਣੇ ਆਪ ਹਮੇਸ਼ਾ ਲਈ ਮੁੱਕ ਜਾਂਦਾ ਹੈ। ਤੇ ਅੰਤ ਵਿੱਚ ਇੱਕ ਬਹੁਤ ਹੀ ਡੂੰਘਾ ਸਵਾਲ ਸਾਰਿਆਂ ਲਈ ਛੱਡ ਕੇ ਜਾ ਰਿਹਾ ਹੈ, ਕੀ ਸੱਚਮੁੱਚ ਇਸ ਦੁਨੀਆ ਵਿੱਚ ਕੋਈ ਚਿੰਤਾ-ਮੁਕਤ ਜਗ੍ਹਾ ਹੈ ਵੀ, ਜਾਂ ਫਿਰ ਆਪਣੀਆਂ ਇੱਛਾਵਾਂ ਨਾਲ ਲੜਨ ਦਾ ਇਹ ਦਰਦਨਾਕ ਸਫ਼ਰ ਹੀ ਸਾਡੀ ਅਸਲ ਮੰਜ਼ਿਲ ਹੈ? ਸੋਚ ਕੇ ਦੇਖਿਓ। ਸ਼ਾਇਦ ਮੁਸ਼ਕਿਲਾਂ ਤੋਂ ਭੱਜਣ ਦੀ ਬਜਾਏ ਉਹਨਾਂ ਦਾ ਡਟ ਕੇ ਸਾਹਮਣਾ ਕਰਨਾ ਹੀ ਅਸਲ ਸ਼ਾਂਤੀ ਦਾ ਰਾਹ ਹੈ। ਅੱਜ ਦੇ ਇਸ ਖਾਸ ਐਪੀਸੋਡ ਵਿੱਚ ਬਸ ਇੰਨਾ ਹੀ। ਉਮੀਦ ਹੈ ਇਹ ਸਫ਼ਰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ। ਹਮੇਸ਼ਾ ਕੁਝ ਨਵਾਂ ਸਿੱਖਦੇ ਰਹੋ।